ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਚੱਲੇ ਆਂ ਜੀ ਸਾਡੇ ਗੁਰੂ ਧਾਮ, ਸਾਡੀ ਵਿਰਾਸਤ, ਸਾਡੀ ਧਰੋਹਰ ਸ੍ਰੀ ਮਹਿਦਿਆਣਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ। ਆਪ ਜੀ ਨੂੰ ਪਤਾ ਹੀ ਹੈ ਕਿ ਮਹਿਦਿਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਥਿਤ ਹੈ ਔਰ ਗੁਰੂ ਪਿਆਰ ਵਾਲਿਓ, ਇਹਦੀ ਜਿਹੜੀ ਵੱਖਰੀ ਵਿਲੱਖਣਤਾ ਹੈ ਨਾ ਗੁਰੂ ਘਰ ਦੀ, ਹਾਲਾਂਕਿ ਇਸ ਗੁਰੂ ਘਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ, ਪਰ ਇਹਦੀ ਫਿਰ ਵੀ ਇੱਕ ਜਿਹੜੀ ਖਾਸ ਵਿਲੱਖਣਤਾ ਹੈ। ਅਸੀਂ ਹਰ ਰੋਜ਼ ਅਰਦਾਸ ਬੇਨਤੀ ਕਰਿਆ ਕਰਦੇ ਹਾਂ ਨਾ, ਉਸ ਅਰਦਾਸ ਦੇ ਵਿੱਚ ਅਸੀਂ ਸ਼ਹੀਦ ਸਿੰਘਾਂ, ਸਿੰਘਣੀਆਂ, ਭੁਜੰਗੀਆਂ, ਮਾਤਾਵਾਂ ਭੈਣਾਂ ਨੂੰ ਯਾਦ ਕਰਦੇ ਹਾਂ। ਇਸ ਅਸਥਾਨ ਦੇ ਉੱਪਰ ਜਾ ਕਰ ਮੂਰਤੀਕਾਰੀ ਦੇ ਰੂਪ ਦੇ ਵਿੱਚ ਇਸ ਇਤਿਹਾਸ ਨੂੰ ਜਿਉਣ ਦਾ ਇੱਕ ਜੋ ਵੱਖਰਾ ਸਮਾਂ ਗਾ ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਅੱਜ ਦਾ ਦੌਰ ਤੁਹਾਨੂੰ ਪਤਾ ਹੀ ਹੈ ਕਿਵੇਂ ਆਧੁਨਿਕਤਾ ਦੇ ਨਾਮ ਦੇ ਉੱਪਰ ਬਨੌਟੀਪਣ ਸਾਡੇ ਉੱਤੇ ਥੋਪਿਆ ਜਾ ਰਿਹਾ ਹੈ। ਅਸੀਂ ਜੋ ਸਾਡਾ ਅਮੀਰ ਵਿਰਸਾ ਹੈ ਉਹਨੂੰ ਭੁੱਲਦੇ ਤੁਰੇ ਜਾ ਰਹੇ ਹਾਂ। ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਸਾਡੇ ਮਹਾਨ ਵਿਰਸੇ ਬਾਰੇ ਕੋਈ ਖਾਸ ਗਿਆਨ ਨਹੀਂ ਹੈਗਾ। ਪਰ ਸਾਧ ਸੰਗਤ ਜੀ, ਇਸ ਅਸਥਾਨ ਦੇ ਉੱਪਰ ਆ ਕੇ ਨਾ ਇਹ ਜਿਹੜੀਆਂ ਸਾਰੀਆਂ ਸਾਡੀਆਂ ਇਤਿਹਾਸਕ ਮਹਾਨ ਘਟਨਾਵਾਂ, ਮਹਾਨ ਸ਼ਹੀਦੀਆਂ, ਲਾਸਾਨੀ ਸ਼ਹੀਦੀਆਂ ਨੇ, ਇਹਨਾਂ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਦਾ ਇੱਕ ਬੜਾ ਵੱਡਾ ਸਬਬ ਪ੍ਰਾਪਤ ਹੁੰਦਾ ਹੈ। ਸੋ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਸਾਡਾ ਆਉਣ ਵਾਲਾ ਕੱਲ ਸਾਡੇ ਬੱਚੇ ਹੀ ਨੇ ਨਾ, ਸਾਡੀ ਕੌਮ ਦਾ ਆਉਣ ਵਾਲਾ ਕੱਲ ਸਾਡੇ ਬੱਚੇ ਨੇ, ਸੋ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆਈਏ ਔਰ ਇਸ ਅਮੀਰ ਵਿਰਸੇ ਤੋਂ, ਲਾਸਾਨੀਆਂ ਸ਼ਹੀਦੀਆਂ ਤੋਂ ਜਾਣੂ ਕਰਵਾਈਏ। ਅਸੀਂ ਸਮੇਂ-ਸਮੇਂ ਤੇ ਤੁਹਾਨੂੰ, ਜਿਸ ਤਰ੍ਹਾਂ ਅੱਜ ਆਪਾਂ ਮਹਿਦਿਆਣਾ ਸਾਹਿਬ ਚੱਲੇ ਆ, ਇਸ ਤਰ੍ਹਾਂ ਦੇ ਜੋ ਮਹਾਨ ਸਥਾਨ ਨੇ ਆਪਣੇ ਬਲੌਗ ਦੇ ਰਾਹੀਂ, ਆਪਣੇ ਇਸ ਸਫ਼ਰ ਦੇ ਰਾਹੀਂ ਦਰਸ਼ਨ ਦੀਦਾਰ ਕਰਵਾਉਂਦੇ ਰਿਹਾ ਕਰਾਂਗੇ। ਸੋ ਆਓ ਅੱਜ ਆਪਾਂ ਚੱਲੀਏ ਔਰ ਸ੍ਰੀ ਮਹਿਦਿਆਣਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आओ जी चलिए। लो जी, आप आ गए आगे बठिंडा ते चंडीगढ़ वाला जिहड़ा मेन हाईवे आ उहदे उपर, ते आह सज्जे हत्थ हैगा संगरूर, ते आपां जाना बरनाले बन्नी खब्बे हत्थ जी। कई दिनों तो लैके ना बड़ी बदलवाई चल रही सी। देखो अज चलो सोहनी धुप भी निकली आ, ते वेखो थोड़ा थोड़ा बदल भी होया होया गा। पूरा सोहना मौसम बनया होया जी कुल मिला के। आप आ गए जी भगत रविदास जी के नां दे जो चौंक बनया होया बरनाले, ITI चौंक भी कह देंगे ने कि इत्थे। ते हुण आ जाओ आप इदों अगे बरनाले शहर विच दी अगे लंघांगे। लो जी, आप पहुँच चुके हैं ठीकरी वाल रोड ते। बरनाला आप लंघ आएंगे, इदों गाहां आप गैला, दीवाने, रायसर, ये जो सारे पिंड ने इन्हां विच दी हुंदे होए आप मਹਿਦਿਆਣਾ साहब पहुँचांगे जी।
थोड़ा जिहा राह दा सानू कन्फ्यूजन जिहा जी, क्योंकि गूगल मैप ते चैक कीता सी, 2 राह दिखा रहा है जाण वाले। चलो आप अगे किसी ना किसी इत्थे पुछ लैने किसी तो, आओ देखिए कि कोई पुछदे आ किस तो भी किहड़े राह सही रहूगा आपां नूं। बाबा जी सत श्री अकाल जी। बाबा जी ਆਪਾਂ ਮਹਿਦਿਆਣਾ ਸਾਹਿਬ ਨੂੰ ਜਾਣਾ ਜੀ, ਕਿਹੜੇ ਰਾਹ ਮੁੜੀਏ ਜੀ? ਤੁਸੀਂ ਐ ਕਰੋ ਜੀ, ਇੱਥੋਂ ਜਾਓ ਲੱਗੇ ਸਿੱਧਾ। ਓਕੇ ਜੀ। ਗਾਹਾਂ ਨਾ ਲੱਖਾਂ ਨਾ ਕੇ ਹਾਂਜੀ ਇੱਕ ਮੋੜ ਆਊਗਾ। ਓਕੇ ਜੀ। ਮੈਂ ਬਾਈ ਮੋੜ ਕੰਨੇ ਇੱਧਰ ਜਿਹੜਾ ਅੱਗੇ ਗਿਆ ਨਹੀਂ, ਪਹਿਲਾਂ ਵੀ ਰਸਤਾ ਕਹੇ ਕੱਚਾ ਜਾਂ ਪੱਕਾ, ਤੇ ਜੇ ਮਾਣੂਕਿਆਂ ਤੋਂ ਜਾਣਾ, ਮਾਣੂਕਿਆਂ ਦੇ ਪੁਲੀ ਤੋਂ ਰਾਹ ਛੱਡ ਜਾਂਦੀ ਹੈ। ਠੀਕ ਆ ਜੀ, ਜਾਣੀ ਕਿ ਉਦੋਂ ਪਹਿਲਾਂ ਲੱਖਾ ਹੋਊਗਾ। ਲੱਖੋਂ ਮੋੜਨਾ, ਲੱਖੋਂ ਵੀ ਜਾਂਦਾ ਵੇ ਧਿਆਣੇ ਨੂੰ। ਤੇ ਨਹੀਂ ਜੇ ਵਧੀਆ ਰੋਡ ਜਾਣਾ ਤਾਂ ਮਾਣੂਕਿਆਂ ਵਿੱਚ ਦੀ, ਫਿਰ ਮਾਣੂਕਿਆਂ ਦੇ ਵਿੱਚ ਦੀ ਚਲੇ ਜਾਓ ਵੀਰ। ਜਦੋਂ ਸਿੱਧਾ ਅੱਡੇ ਆ ਗਏ ਐਂ ਚਲੇ ਜਾਇਓ ਬਸ। ਗਾਹਾਂ ਉੱਥੇ ਬੜਾ ਘੱਟ ਹੁੰਦਾ ਹੈਗਾ। ਪਹੁੰਚ ਗਏ ਆਪਾਂ ਮਹਿਦਿਆਣਾ ਸਾਹਿਬ ਦੇ ਮੇਨ ਰਸਤੇ ਤੇ। ਉਹ ਵੇਖੋ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਹੈਗਾ, ਗੁਰਦੁਆਰਾ ਸਾਹਿਬ ਵਾਲਿਆਂ ਨੇ ਸੋਹਣਾ ਬਣਵਾ ਕੇ ਲਾਇਆ ਹੋਇਆ ਹੈਗਾ। ਗੁਰਦੁਆਰਾ ਮਹਿਦਿਆਣਾ ਸਾਹਿਬ ਪਾਤਸ਼ਾਹੀ 10ਵੀਂ। ਆਓ ਜੀ ਆਪਾਂ ਹੁਣ ਆ ਲਿੰਕ ਰੋਡ ਹੈਗਾ, ਇਹਦੇ ਰਾਹੀਂ ਅੱਗੇ ਪਹੁੰਚਦੇ ਆਂਗੇ। ਉਹ ਵੇਖੋ ਜੀ ਆਪਾਂ ਤਕਰੀਬਨ ਪਹੁੰਚ ਹੀ ਚੁੱਕੇ ਆਂਗੇ। ਉਹ ਵੇਖੋ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦੇ ਰਿਹਾ ਹੈਗਾ। ਲਓ ਜੀ ਆਪਾਂ ਪਹੁੰਚ ਚੁੱਕੇ ਆਂਗੇ ਮਹਿਦਿਆਣਾ ਸਾਹਿਬ ਵਿਖੇ। ਇਹ ਗੁਰਦੁਆਰਾ ਸਾਹਿਬ ਦੀ 4 ਦੀਵਾਰੀ ਹੈ ਜੀ। ਇਸ ਤੋਂ ਅਗਾਂਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ ਜੀ। ਆ ਜਾਓ ਆਪਾਂ ਚੱਲੀਏ ਤੇ ਦਰਸ਼ਨ ਦੀਦਾਰ ਕਰੀਏ। ਬਾਕੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕਰ ਜੋ ਇੱਥੇ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ, ਉਹਦੇ ਬਾਰੇ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਗੁਰਦੁਆਰਾ ਮਹਿਦਿਆਣਾ ਸਾਹਿਬ। ਇਹ ਅਸਥਾਨ ਚੜ੍ਹਦੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਮਾਣੂਕੇ, ਲੱਖਾ ਤੇ ਚੱਕਰ ਦੇ ਵਿਚਕਾਰ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਗੁਰੂ ਸਾਹਿਬ ਨੇ ਜਦ ਮਾਲਵੇ ਦੇ ਪੱਛਮੀ ਇਲਾਕਿਆਂ ਵੱਲ ਰੁਖ ਕੀਤਾ ਤਾਂ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਇਸ ਅਸਥਾਨ ਤੇ ਆ ਕੇ ਰੁਕੇ। ਉਹਨਾਂ ਸਮਿਆਂ ਵਿੱਚ ਇੱਥੇ ਇੱਕ ਪਾਣੀ ਦੀ ਢਾਹ ਮੌਜੂਦ ਸੀ, ਜਿੱਥੇ ਗੁਰੂ ਸਾਹਿਬ ਨੇ ਨਾਲ ਦੇ ਕੁਝ ਸਿੰਘਾਂ ਸਮੇਤ ਦਾਤਣ ਕੁਰਲਾ ਤੇ ਇਸ਼ਨਾਨ ਕਰਨ ਤੋਂ ਬਾਅਦ ਉਹ ਸਿਰਜਣਹਾਰ ਦੀ ਕੀਰਤੀ ਗਾਈ ਤੇ ਉਸ ਦੇ ਭਾਣੇ ਨੂੰ ਸ਼ੁਕਰਾਨੇ ਵਜੋਂ ਸਵੀਕਾਰ ਕੀਤਾ। ਅੱਜ ਉਸ ਸਥਾਨ ਤੇ ਗੁਰਦੁਆਰਾ ਮਹਿਦਿਆਣਾ ਸਾਹਿਬ ਸਭਾਏਮਾਨ ਹੈ, ਜਿੱਥੇ ਅੱਜ ਵੀ ਹਰ ਰੋਜ਼ ਬੇਅੰਤ ਸੰਗਤਾਂ ਨਤਮਸਤਕ ਹੁੰਦੀਆਂ।
ਇਸ ਅਸਥਾਨ ਦੀ ਆਪਣੀ ਇੱਕ ਵਿਲੱਖਣਤਾ ਹੈ ਜੋ ਇੱਥੇ ਆਉਣ ਜਾਣ ਵਾਲੀਆਂ ਸੰਗਤਾਂ ਦੇ ਮਨਾਂ ਉੱਪਰ ਆਪਣੀ ਇੱਕ ਵੱਖਰੀ ਛਾਪ ਛੱਡਦੀ ਹੈ। ਉਹ ਹੈ ਇੱਥੋਂ ਦੇ ਬੁੱਤ ਅਤੇ ਮੂਰਤੀਆਂ ਦੀ ਕਲਾਕ੍ਰਿਤੀ ਦੁਆਰਾ ਸਿੱਖ ਇਤਿਹਾਸ ਦਾ ਇੱਕ ਵੈਰਾਗਮਈ ਪੁਨਰ ਸਿਰਜਣ। ਮੁਗਲ ਕਾਲ ਦੇ ਜਹਾਂਗੀਰ, ਜ਼ਕਰੀਆ ਖਾਨ, ਔਰੰਗਜ਼ੇਬ, ਮੀਰ ਮੰਨੂ, ਸੂਬਾ ਸਰਹੰਦ ਤੇ ਹੋਰ ਜ਼ਾਲਮ ਹਾਕਮਾਂ ਵੱਲੋਂ ਸਮੇਂ-ਸਮੇਂ ਤੇ ਗੁਰਸਿੱਖਾਂ ਉੱਪਰ ਹੋਏ ਜ਼ੁਲਮ ਨੂੰ, ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਵੰਦ-ਵੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ, ਸਿਦਕ, ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੁੱਤਕਾਰੀ ਦੀ ਅਨੋਖੀ ਕਲਾ ਰਾਹੀਂ ਸਾਡੀਆਂ ਅੱਖਾਂ ਸਾਹਮਣੇ ਸਿਰਜਿਆ ਗਿਆ ਹੈ, ਜਿੱਥੇ ਇਸ ਅਸਥਾਨ ਤੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਜਦਿਆਂ ਇਹਦੀਆਂ ਜੜ੍ਹਾਂ ਵਿੱਚ ਸਮਾਏ ਉਹਨਾਂ ਮਰਜੀਵੜਿਆਂ ਤੇ ਯੋਧਿਆਂ ਦੇ ਬੁੱਤ ਅੰਕਿਤ ਕੀਤੇ ਗਏ ਹਨ। ਉੱਥੇ ਹੀ 18ਵੀਂ ਸਦੀ ਦੇ ਖਾਲਸਾ ਰਾਜ ਕਾਇਮ ਕਰਨ ਵਾਲੇ ਸਿੱਖ ਨਾਇਕ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਅਕਾਲੀ ਫੂਲਾ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਸ਼ਾਮ ਸਿੰਘ ਅਟਾਰੀ ਵਾਲਾ ਤੇ ਹੋਰ ਸਿੱਖ ਜਰਨੈਲਾਂ ਦੇ ਬੁੱਤ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਅਸਥਾਨ ਤੇ ਇੱਕ ਸਿੱਖ ਅਜਾਇਬ ਘਰ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਸਿੱਖੀ ਅਤੇ ਦਸ਼ਮੇਸ਼ ਪਿਤਾ ਦੇ ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਅੱਗੇ ਤੱਕ ਦੇ ਸੰਖੇਪ ਇਤਿਹਾਸ ਨੂੰ ਚਿੱਤਰ ਭਾਸ਼ਾ ਦੇ ਰਾਹੀਂ ਆਪਣੇ ਹਿਰਦਿਆਂ ਅੰਦਰ ਵਸਾਉਂਦੀਆਂ ਹਨ। ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਂਦੇ ਹਨ। ਸਾਧ ਸੰਗਤ ਜੀ, ਇਸ ਅਸਥਾਨ ਤੇ ਆ ਕੇ ਸਾਡਾ ਮਨ ਜਿੱਥੇ ਇਹਨਾਂ ਗੁਰਸਿੱਖਾਂ ਲਈ ਇੱਕ ਭਾਵਾਤਮਕ ਰੂਪ ਤੋਂ ਗੁਜ਼ਰਦਾ ਹੈ, ਉੱਥੇ ਆਪਣੇ ਅੰਦਰ ਨੂੰ ਇੱਕ ਸਵਾਲ ਜ਼ਰੂਰ ਕਰਦਾ ਹੈ ਕਿ ਜਿੱਥੇ ਸਾਨੂੰ ਅੱਜ ਕੰਡੇ ਦੀ ਚੋਭ ਵੀ ਮਹਿਸੂਸ ਹੁੰਦੀ ਹੈ ਤੇ ਧੰਨ ਸੀ ਉਹ ਗੁਰੂ ਦੇ ਮਰਜੀਵੜੇ ਸਿੱਖ ਜਿਹੜੇ ਜ਼ਾਲਮ ਹਾਕਮਾਂ ਦੇ ਅੰਨੇ ਤਸ਼ੱਦਦ ਝੱਲਦੇ ਹੋਏ ਵੀ ਡੋਲੇ ਨਹੀਂ। ਆਖਰ ਕੀ ਸੀ ਉਹਨਾਂ ਦੀ ਅਡੋਲਤਾ ਦਾ ਆਧਾਰ? ਇੰਜ ਜਾਪਦਾ ਹੈ ਕਿ ਉਹ ਸਾਡੇ ਵਾਂਗ ਗੁਰਬਾਣੀ ਨੂੰ ਸਿਰਫ ਪੜ੍ਹਦੇ ਨਹੀਂ ਸੀ, ਉਹ ਗੁਰਬਾਣੀ ਨੂੰ ਜਿਉਂਦੇ ਸੀ, ਉਹ ਗੁਰਬਾਣੀ ਨੂੰ ਮਾਣਦੇ ਸੀ ਤੇ ਸੀਹੇ ਝੱਲਦਿਆਂ ਦੇ ਅੰਦਰ ਵੀ ਇਹ ਚੱਲਦਾ ਰਿਹਾ ਹੋਣਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਵੱਲ। ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਬੜ ਭਾਗ ਜਿਨ੍ਹਾਂ ਦੇ। ਭਾਈ ਸਾਹਿਬ ਜੀ ਦੇ ਪਾਵਨ ਬਚਨ ਜਿਨ੍ਹਾਂ ਨੂੰ ਸੱਚ ਕਰ ਦਿਖਾਇਆ ਕੁਝ ਗੁਰਸਿੱਖਾਂ ਨੇ, ਉਹਨਾਂ ਮਰਜੀਵੜਿਆਂ ਨੇ, ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਇੱਥੇ ਮਹਿਦਿਆਣਾ ਸਾਹਿਬ ਵਿਖੇ ਦੇਖੋ ਕਲਾਕਾਰਾਂ ਦੇ ਵੱਲੋਂ ਸੋਹਣੀਆਂ ਕਲਾਕ੍ਰਿਤਾਂ ਬਣਾਈਆਂ ਗਈਆਂ। ਇੱਥੇ ਪਹੁੰਚ ਕੇ ਸਾਨੂੰ ਸਾਡੇ ਇਤਿਹਾਸ ਨੂੰ ਵੇਖਣ ਦਾ ਹੀ ਨਹੀਂ, ਇੱਕ ਢੰਗ ਦੇ ਨਾਲ ਜਿਉਣ ਦਾ ਮੌਕਾ ਵੀ ਮਿਲਦਾ।
ਬਚਨ ਪੜ੍ਹਦੇ ਹੁੰਦੇ ਆ ਨਾ, ਕੀਤਿਆਂ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾ। ਅਸੀਂ ਤਾਂ ਦਾਤਾ ਮੰਗਦੇ ਹਾਂ, ਪਦਾਰਥ ਮੰਗਦੇ ਹਾਂ, ਪਰ ਮਹਾਰਾਜ ਕਹਿੰਦੇ ਕੀਤਿਆਂ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾ। ਤੇ ਜਿਨ੍ਹਾਂ ਨੇ ਭੁੱਖ ਨੂੰ ਵੀ ਦਾਤ ਦੇ ਵਜੋਂ ਜਾਣਿਆ, ਸਾਧ ਸੰਗਤ ਜੀ, ਉਹਨਾਂ ਗੁਰਸਿੱਖਾਂ, ਉਹਨਾਂ ਮਰਜੀਵੜਿਆਂ, ਉਹਨਾਂ ਲਾਸਾਨੀ ਸ਼ਹੀਦੀਆਂ ਦੀਆਂ ਯਾਦਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਮਹਿਧਿਆਣਾ ਸਾਹਿਬ ਸੋਹਣੀਆਂ ਕਲਾਕ੍ਰਿਤਾਂ, ਸੋਹਣਾ ਇਤਿਹਾਸ ਦਾ ਜਿਹੜਾ ਪੁਨਰ ਸਿਰਜਣਾ ਗਾ ਕੀਤਾ ਗਿਆ। ਸੋ ਬੇਨਤੀ ਆਪ ਸਾਰੀਆਂ ਸਾਧ ਸੰਗਤ ਨੂੰ ਹੈ, ਆਪ ਆਓ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਤੇ ਸਾਡਾ ਜਿਹੜਾ ਇਹ ਅਮੀਰ ਵਿਰਸਾ ਨਾ, ਇਹ ਸਾਰਾ ਵਿਰਸਾ ਸਾਡੇ ਬੱਚਿਆਂ ਨੂੰ ਦਿਖਾਓ। ਤੇ ਸਭ ਤੋਂ ਇੱਥੇ ਸੋਹਣੀ ਗੱਲ ਕੀ ਹੈ, ਇਕੱਲੀਆਂ ਕਲਾਕ੍ਰਿਤਾਂ ਨਹੀਂ ਬਣਾਈਆਂ ਗਈਆਂ, ਕਲਾਕ੍ਰਿਤਾਂ ਦੇ ਨਾਲ ਜੋ ਇਤਿਹਾਸ ਹੈ, ਇਕੱਲਾ ਇਤਿਹਾਸ ਨਹੀਂ ਲਿਖਿਆ ਗਿਆ, ਉਹ ਇਤਿਹਾਸ ਕਾਵ ਰੂਪ ਦੇ ਵਿੱਚ ਲਿਖਿਆ ਗਿਆ। ਜਿਵੇਂ ਹੁਣ ਭਾਈ ਮਹਾਂ ਸਿੰਘ ਜੀ ਦਾ ਲਿਖਿਆ ਹੋਇਆ ਨਾ, ਤਾਂ ਬੜਾ ਸੋਹਣਾ ਉੱਥੇ ਚਿੱਤਰਨ ਕੀਤਾ। ਮਹਾਂ ਸਿੰਘ ਹੱਥ ਜੋੜ ਕੇ ਅਰਜ ਕਰਦਾ, ਮੇਰਾ ਪ੍ਰੇਮ ਹਜੂਰ ਅਜ ਹਾੜ ਦੇਵੋ। ਕੁਝ ਮੰਗਦਾ ਨਹੀਂ ਮੈਂ ਆਪ ਕੋਲੋਂ, ਮੇਰੀ ਭੁੱਲੀ ਗੁਸਤਾਖੀ ਸਾੜ ਦੇਵੋ। ਮਹਾਂ ਸਿੰਘ ਆਪ ਜੀ ਨੂੰ ਪਤਾ 40 ਮੁਕਤਿਆਂ ਦੇ ਵਿੱਚੋਂ ਉਹਨਾਂ ਦਾ ਚਲੋ ਸੈਨਾਪਤੀ ਕਹਿ ਲਓ। ਤੇ ਦੇਖੋ ਮਹਾਰਾਜ ਦੇ ਕੋਲ ਆਇਆ, ਬੇਦਾਵਾ ਲਿਖ ਕੇ ਦੇ ਗਏ ਸੀ ਨਾ, ਤੇ ਉਸੇ ਬੇਦਾਵੇ ਨੂੰ ਉੱਥੇ ਪਰਿਭਾਸ਼ਿਤ ਕੀਤਾ ਹੋਇਆ, ਮਹਾਂ ਸਿੰਘ ਹੱਥ ਜੋੜ ਕੇ ਅਰਜ ਕਰਦਾ, ਮੇਰਾ ਪ੍ਰੇਮ ਹਜੂਰ ਅਜ ਹਾੜ ਦੇਵੋ। ਕੁਝ ਮੰਗਦਾ ਨਹੀਂ ਮੈਂ ਆਪ ਕੋਲੋਂ, ਮੇਰੀ ਭੁੱਲੀ ਗੁਸਤਾਖੀ ਸਾੜ ਦੇਵੋ। ਤੇ ਇਹ ਸਾਰੇ ਦਾ ਸਾਰਾ ਇਤਿਹਾਸ ਕਲਾਕ੍ਰਿਤਾਂ ਦੇ ਰੂਪ ਦੇ ਵਿੱਚ, ਕਾਵ ਦੇ ਰੂਪ ਦੇ ਵਿੱਚ ਅੱਜ ਮਹਿਧਿਆਣਾ ਸਾਹਿਬ ਸਾਨੂੰ ਪੁਨਰ ਜਾਗਰਣ ਦੀ ਬਾਰ-ਬਾਰ ਅਰਜ਼ਾਂ ਕਰਦਾ ਪਿਆ। ਸੋ ਆਪ ਆਓ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਇਸ ਅਮੀਰ ਸਾਡਾ ਜੋ ਵਿਰਸਾ ਹੈ, ਅਮੀਰ ਸਾਡਾ ਜੋ ਇਤਿਹਾਸ ਹੈ, ਇਹ ਤੋਂ ਜਾਣੂ ਕਰਵਾਓ, ਬਾਣੀ ਦੇ ਨਾਲ ਬੱਚਿਆਂ ਨੂੰ ਜੋੜਿਓ। ਕਿਉਂਕਿ ਮੈਂ ਬੇਨਤੀ ਕਰ ਦੇਵਾਂ, ਇਹ ਸਾਰੀਆਂ ਸ਼ਹਾਦਤਾਂ ਗੁਰਬਾਣੀ ਦੇ ਚੜ੍ਹਦੀ ਕਲਾ ਦੇ ਜੀਵਨ ਦੇ ਕਾਰਨ ਹੀ ਹੋਈਆਂ ਨੇ। ਪੜ੍ਹਦੇ ਹੁੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਨਾਨਕ ਨਾਮ ਹੈ ਤਾਂ ਚੜ੍ਹਦੀ ਕਲਾ ਹੈ, ਚੜ੍ਹਦੀ ਕਲਾ ਹੈ ਤਾਂ ਸਰਬੱਤ ਦਾ ਭਲਾ ਹੈ। ਤੇ ਜੇ ਸਰਬੱਤ ਦਾ ਭਲਾ ਅੰਦਰ ਦ੍ਰਿੜਤਾ ਹੈ, ਤੇ ਜੇ ਦ੍ਰਿੜਤਾ ਹੈ ਤਾਂ ਸੱਚ ਦੇ ਵਾਸਤੇ ਕੁਰਬਾਨੀਆਂ ਨੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਆਪ ਜੀ, ਕਿਉਂਕਿ ਇਹ ਮਨ ਦੇ ਵਿੱਚ ਸੀ ਕਿ ਆਪ ਜੀ ਦੇ ਨਾਲ ਇਸ ਜੋ ਪੂਰੇ ਦਾ ਪੂਰਾ ਇੱਥੇ ਕਲਾਕ੍ਰਿਤਾਂ ਬਣੀਆਂ ਹੋਈਆਂ ਨੇ, ਇਹਦੇ ਬਾਬਤ ਥੋੜ੍ਹੀ ਜਿਹੀ ਸਾਂਝ ਪਾਈ ਜਾਵੇ। ਸੋ ਬਿਨਤੀ ਨੂੰ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰ ਜੀ ਸਭਨਾਂ ਉੱਪਰ ਮੇਰਾ ਭਰਿਆ ਹੱਥ ਬਣਾਈ ਰੱਖਣ, ਸਭਨਾਂ ਨੂੰ ਗੁਰਸਿੱਖੀ ਜੀਵਨ ਤੰਦਰੁਸਤੀਆਂ ਬਖਸ਼ਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।